ਬੇਸ਼ੁਮਾਰ ਅਥਾਹ ਅਗਣਤ ਅਤੁਲੈ ਤੋ ਨਾਨਕ ਦਾਸ ਬੋਲੇ। ਡੰਡਾਉਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਧੰਨ ਧੰਨ ਸਤਿਗੁਰੂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਸਾਨੂੰ ਕਲਯੁਗੀ ਜੀਵਾਂ ਨੂੰ ਸਤ ਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਸਾਧ ਸੰਗਤ ਜੀ, ਸਤਿਗੁਰੂ ਜੀ ਪਾਵਨ ਗੁਰਬਾਣੀ ਅੰਦਰ ਫੁਰਮਾਨ ਕਰਦੇ ਨੇ, ਜੋ ਨਾ ਸੁਣੈ ਜਸ ਪਰਮਾਨੰਦਾ ਪਾਸ਼ ਪੰਖੀ ਤ੍ਰਿਗਦ ਜੋਨ ਤੇ ਮੰਦਾ। ਕਿ ਜਿਹੜਾ ਜੀਵ ਅਕਾਲ ਪੁਰਖ ਦੀ ਵਡਿਆਈ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਨਹੀਂ ਕਰਦਾ, ਉਹ ਮਨੁੱਖ ਨਹੀਂ ਆ, ਸਗੋਂ ਪਸ਼ੂਆਂ ਤੋਂ ਪੰਛੀਆਂ ਤੋਂ ਤੇ ਜਿਹੜੀ ਤ੍ਰਿਗਦ ਜੋਨ ਆ, ਭਾਵ ਕਿ ਸੱਪ ਹੋਏ, ਕਿਰਲੀਆਂ ਹੋਈਆਂ, ਜਿਹੜੇ ਢਿੱਡ ਦੇ ਭਾਰ ਨਾਲ ਤੁਰਨ ਵਾਲੇ ਨੇ, ਉਹਨਾਂ ਜੀਵਾਂ ਤੋਂ ਵੀ ਮੰਦਾ ਏ। ਜਿਹੜਾ ਸਤ ਸੰਗਤ ਵਿੱਚ ਆਣ ਕੇ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਨੂੰ ਜਸ ਨੂੰ ਸਰਵਣ ਨਹੀਂ ਕਰਦਾ। ਸੋ ਸਾਧ ਸੰਗਤ ਜੀ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼, ਜੋ ਇਹ ਸਤ ਸੰਗ ਦੀਆਂ ਘੜੀਆਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਤਾਂ ਆਓ ਸਾਧ ਸੰਗਤ ਜੀ, ਜਿੱਥੇ ਸਤਿਗੁਰਾਂ ਨੇ ਸਾਡੇ 'ਤੇ ਇੰਨੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਉੱਥੇ ਅਸੀਂ ਵੀ ਜਿੱਥੇ ਤਨ ਕਰਕੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਕੋਸ਼ਿਸ਼ ਕਰੀਏ ਕਿ ਮਨ ਕਰਕੇ ਵੀ ਹਾਜ਼ਰੀਆਂ ਲਵਾਈਏ। ਸਾਧ ਸੰਗਤ ਜੀ, ਜਿਹੜੀ ਸੇਵਾ ਕਰਨੀ ਆ, ਉੱਥੇ ਸਾਡਾ ਤਨ ਦਾ ਜ਼ੋਰ ਲੱਗਦਾ ਏ, ਪਰ ਜਿਹੜੀ ਗੁਰਬਾਣੀ ਸਰਵਣ ਕਰਨੀ ਆ, ਗੁਰਬਾਣੀ ਪੜ੍ਹਨੀ ਆ, ਸਤ ਸੰਗਤ ਕਰਨੀ ਆ, ਉੱਥੇ ਸਾਡੇ ਮਨ ਦਾ ਹਾਜ਼ਰ ਹੋਣਾ ਜ਼ਰੂਰੀ ਆ। ਕਈ ਵਾਰ ਅਸੀਂ ਤਨ ਕਰਕੇ ਤਾਂ ਸੰਗਤ ਵਿੱਚ ਹਾਜ਼ਰ ਹੋ ਜਾਂਦੇ ਹਾਂ, ਪਰ ਮਨ ਕਰਕੇ ਐਬਸੈਂਟ ਰਹਿੰਦੇ ਹਾਂ। ਮਨ ਕਰਕੇ ਸੰਸਾਰਿਕ ਧੰਦਿਆਂ ਵਿੱਚ, ਪਰਿਵਾਰਕ ਮੋਹ ਵਿੱਚ ਫਸੇ ਰਹਿੰਦੇ ਹਾਂ। ਸੋ ਸਾਧ ਸੰਗਤ ਜੀ, ਜੇ ਸਤਿਗੁਰਾਂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਇਹ ਸੁਹਾਵਣੇ ਪਲ, ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਏ, ਤਾਂ ਅਸੀਂ ਮਨ ਕਰਕੇ ਇੱਥੇ ਹਾਜ਼ਰ ਹੋ ਕੇ ਜਿਹੜੇ ਕਾਰਜ ਲਈ ਇੱਥੇ ਆਏ ਆ, ਉਸ ਕਾਰਜ ਵਿੱਚ ਪੂਰੇ ਉਤਰ ਸਕੀਏ। ਆਓ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਰੀ ਸੰਗਤ ਨੇ ਇਕਾਗਰਤਾ ਸਹਿਤ ਇੱਕ ਮਨ ਇੱਕ ਚਿੱਤ ਕਰਕੇ ਗੁਰਮੰਤਰ ਦਾ ਆਪਾਂ ਜਾਪ ਕਰਨਾ ਹੈ। ਸਾਰੀ ਸੰਗਤ ਨੇ ਉਚਾਰਨ ਕਰਨਾ ਹੈ, ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰ ਫਰਮਾਨਿਆ ਕਿ ਅਸੀਂ ਹੋਰ ਜਿੰਨੇ ਵੀ ਕਰਮ ਜਿੰਨੇ ਵੀ ਕਾਰਜ ਕਰਦੇ ਹਾਂ, ਚਲੋ ਠੀਕ ਆ ਕਿ ਸੇਵਾ ਵੀ ਜਿੱਥੇ ਜ਼ਰੂਰਤ ਹੋਵੇ ਉੱਥੇ ਕਰਨੀ ਚਾਹੀਦੀ ਹੈ। ਕੱਲੀ ਇਹ ਨਹੀਂ ਕਿ ਅਸੀਂ ਕਹਿ ਦਈਏ ਕਿ ਗੁਰਦੁਆਰੇ ਸੇਵਾ ਲਾਜ਼ਮੀ ਆ, ਕਿ ਗੁਰਦੁਆਰੇ ਭਾਂਡੇ ਮਾਂਜਣੇ, ਤੱਪਰ ਝਾੜਨੇ ਆ, ਪਰ ਨਹੀਂ, ਸਭ ਤੋਂ ਪਹਿਲਾਂ ਸਾਨੂੰ ਸੇਵਾ ਆਪਣੇ ਘਰ ਤੋਂ ਸ਼ੁਰੂ ਕਰਨੀ ਪੈਣੀ ਹੈ। ਜੇ ਅਸੀਂ ਘਰੇ ਆਪਣੇ ਮਾਂ-ਪਿਓ ਨੂੰ ਕਦੀ ਪੁੱਛਿਆ ਨਹੀਂ, ਪਾਣੀ ਨਹੀਂ ਪੁੱਛਿਆ, ਪ੍ਰਸ਼ਾਦਾ ਨਹੀਂ ਪੁੱਛਿਆ, ਤਾਂ ਸਾਡਾ ਗੁਰਦੁਆਰਿਆਂ 'ਚ ਆਣ ਕੇ ਸੇਵਾ ਕਰਨਾ ਕੋਈ ਮਾਇਨੇ ਨਹੀਂ ਰਖਾਉਂਦਾ। ਅਤੇ ਦੂਜੀ ਗੱਲ, ਕੱਲੀ ਗੁਰਦੁਆਰੇ ਤੱਕ ਸੇਵਾ ਸੀਮਤ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਵੈਸਨ ਪਾਈਏ, ਕਿ ਸੰਸਾਰ ਦੇ ਵਿੱਚ ਵਿਚਰਦਿਆਂ ਜਿੱਥੇ ਵੀ ਸੇਵਾ ਦੀ ਲੋੜ ਆ, ਤਨ ਕਰਕੇ ਜਾਂ ਧਨ ਕਰਕੇ, ਉੱਥੇ ਵੀ ਸਾਨੂੰ ਸੇਵਾ ਕਰਨੀ ਜ਼ਰੂਰੀ ਆ। ਪਰ ਸੇਵਾ ਦੇ ਨਾਲ ਨਾਲ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਨਾਮ ਦੀ ਮਹਿਮਾ ਦ੍ਰਿੜ ਕਰਾਈ ਆ ਕਿ ਇਹ ਜੀਵ, ਸਭ ਤੋਂ ਪਹਿਲਾਂ ਤੈਨੂੰ ਨਾਮ ਜਪਣਾ ਪੈਣਾ ਹੈ। ਸੇਵਾ ਆਪਣੀ ਥਾਂ 'ਤੇ ਆ, ਤੀਰਥਾਂ ਦੀ ਯਾਤਰਾ ਕਰਨੀ ਆਪਣੀ ਥਾਂ 'ਤੇ ਆ। ਸਤਿਗੁਰੂ ਜੀ ਕਹਿੰਦੇ ਨੇ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਕਿ ਜੇ ਅਸੀਂ ਕਰ ਲਈਏ, ਅਸੀਂ ਸੇਵਾ ਕਰਕੇ, ਯਾਤਰਾ ਕਰਕੇ ਗੁਰਧਾਮਾਂ ਦੀ ਮੁਕਤੀ ਦੀ ਪ੍ਰਾਪਤੀ ਕਰ ਲਾਂਗੇ, ਤਾਂ ਇਹ ਤਾਂ ਬਿਲਕੁਲ ਨਾਮੁਮਕਿਨ ਆ। ਸੰਤ ਮਸਕੀਨ ਜੀ ਇੱਕ ਉਦਾਹਰਨ ਦਿੰਦੇ ਨੇ। ਉਹ ਕਹਿੰਦੇ ਨੇ ਕਿ ਇੱਕ ਕਿਸਾਨ ਨੇ ਖੇਤ ਵਿੱਚ ਫਸਲ ਬੀਜਣ ਲਈ ਵੇਖਿਆ ਕਿ ਜਦੋਂ ਵੱਤਰ ਆ ਗਿਆ ਏ, ਖੇਤ ਨੂੰ 3-4 ਵਾਰਾਂ ਵਾਹੁਣਾ ਕੀਤਾ, ਉਹਦੇ ਵਿੱਚ ਬੜੀ ਮਹਿੰਗੀ ਖਾਦ, ਰਸਾਇਣਕ ਪਦਾਰਥ ਪਾ ਦਿੱਤੇ ਕਿ ਤਾਂ ਜੋ ਖੇਤੀ ਛੇਤੀ ਹੋ ਸਕੇ। ਚਾਰੇ ਪਾਸੇ ਵਾੜ ਵੀ ਲਗਾ ਦਿੱਤੀ ਤਾਂ ਜੋ ਜਾਨਵਰਾਂ ਤੋਂ, ਅਵਾਰਾ ਪਸ਼ੂਆਂ ਤੋਂ ਖੇਤੀ ਦਾ ਨੁਕਸਾਨ ਨਾ ਹੋਵੇ। ਸੋ ਇਸ ਤਰ੍ਹਾਂ ਕਰਦਿਆਂ ਉਸ ਕਿਸਾਨ ਨੂੰ 15-20 ਦਿਨ ਦਾ ਜਦੋਂ ਸਮਾਂ ਬੀਤ ਗਿਆ, ਤਾਂ ਉਸ ਕਿਸਾਨ ਨੇ ਵੇਖਿਆ ਕਿ ਮੇਰੇ ਖੇਤ ਵਿੱਚ, ਜ਼ਮੀਨ ਵਿੱਚ ਕੋਈ ਵੀ ਫਸਲ ਨਹੀਂ ਉੱਗੀ। ਤਾਂ ਉਹਨੇ ਸੋਚਿਆ ਕਿ ਕਿਸੇ ਸਿਆਣੇ ਕਿਸਾਨ ਨੂੰ, ਕਿਸੇ ਸਿਆਣੇ ਬੰਦੇ ਦੀ ਸਲਾਹ ਲੈਣਾ ਹੈ ਕਿ ਕੀ ਕਾਰਨ ਆ, ਕਿਹੜੀ ਕਮੀ ਰਹਿ ਗਈ ਆ ਕਿ ਮੇਰੇ ਖੇਤ ਦੇ ਵਿੱਚ ਫਸਲ ਕਿਉਂ ਨਹੀਂ ਉੱਗੀ। ਤਾਂ ਉਸ ਕਿਸਾਨ ਨੇ ਜਦੋਂ ਕਿਸੇ ਸਿਆਣੇ ਕਿਸਾਨ ਨੂੰ ਪੁੱਛਣਾ ਕੀਤਾ ਕਿ ਭਾਈ 20 ਦਿਨ ਹੋ ਗਏ ਨੇ ਮੈਨੂੰ ਫਸਲ ਬੀਜੀ ਨੂੰ, ਤਾਂ ਮੇਰੇ ਖੇਤ ਦੇ ਵਿੱਚ ਕੋਈ ਵੀ ਫਸਲ ਨਹੀਂ ਉੱਗੀ। ਤਾਂ ਉਸ ਸਿਆਣੇ ਪੁਰਸ਼ ਨੇ, ਸਿਆਣੇ ਕਿਸਾਨ ਨੇ ਪੁੱਛਣਾ ਕੀਤਾ ਕਿ ਖੇਤ ਦੇ ਵਿੱਚ ਵੱਤਰ ਹੈਗਾ ਸੀ। ਤਾਂ ਉਹਨੇ ਕਹਿਣਾ ਕੀਤਾ, ਹਾਂਜੀ ਪੂਰਾ ਵੱਤਰ ਹੀ, ਤੂੰ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹਿਆ ਏ। ਉਹਨੇ ਕਿਹਾ 4-5 ਵਾਰਾਂ ਵਾਹੁਣਾ ਕੀਤਾ ਏ, ਖਾਦ ਪਾਈ ਏ। ਉਹਨੇ ਆਖਿਆ ਹਾਂ, ਮੈਂ ਖਾਦ ਵੀ ਮਹਿੰਗੀ ਤੋਂ ਮਹਿੰਗੀ ਲਿਆ ਕੇ ਪਾਈ ਏ। ਤਾਂ ਉਸ ਸਿਆਣੇ ਪੁਰਸ਼ ਨੇ ਪੁੱਛਿਆ, ਤਾਂ ਬੀਜ ਕਿਹੜਾ ਬੀਜਿਆ ਏ ਦੱਸ। ਤਾਂ ਉਹ ਕਿਸਾਨ ਕਹਿਣ ਲੱਗਾ, ਬੀਜ ਤਾਂ ਮੈਂ ਕੋਈ ਨਹੀਂ ਬੀਜਿਆ। ਸੋ ਕਹਿੰਦਾ, ਭਲਿਆ ਜਿੰਨਾ ਚਿਰ ਕੋਈ ਬੀਜ ਨਾ ਬੀਜੇਗਾ, ਉਹਨਾਂ ਚਿਰ ਇਹ ਤੇਰੇ ਕੀਤੇ ਹੋਏ ਸਾਰੇ ਜਿਹੜੇ ਯਤਨ ਆ, ਇਹ ਨਿਫਲ ਨੇ। ਸੋ ਸਾਧ ਸੰਗਤ ਜੀ, ਸਾਡੀ ਸੇਵਾ ਕਰਨੀ, ਤੀਰਥਾਂ ਦੀ ਯਾਤਰਾ ਕਰਨੀ, ਦਾਨ ਪੁੰਨ ਕਰਨਾ, ਉਹਨਾਂ ਚਿਰ ਨਹੀਂ ਸਫਲ ਹੋ ਸਕਦੇ ਜਿੰਨਾ ਚਿਰ ਅਸੀਂ ਸਤਿਗੁਰਾਂ ਦੇ ਨਾਮ ਨੂੰ ਨਹੀਂ ਜਪਦੇ। ਸਭ ਤੋਂ ਪਹਿਲਾਂ ਨਾਮ ਜਪਣਾ ਜ਼ਰੂਰੀ ਆ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਅਸੀਂ ਜੁੜ ਬੈਠੇ ਹਾਂ, ਇਹ ਵੀ ਤੇ ਇੱਕ ਮਾਤਾ ਦੇ ਗਰਭ ਤੋਂ ਹੀ ਪੈਦਾ ਹੋਏ ਸਨ, ਇਹ ਵੀ ਤੇ ਇੱਕ ਸਧਾਰਨ ਪੁਰਸ਼ ਹੀ ਸਨ। ਬਸ ਇਹਨਾਂ ਨੇ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹ ਕੇ, ਨਾਮ ਜਪ ਕੇ ਉਸ ਅਕਾਲ ਪੁਰਖ ਵਿੱਚ ਲੀਨਤਾ ਪ੍ਰਾਪਤ ਕੀਤੀ ਹੈ। ਸਾਧ ਸੰਗਤ ਜੀ, 3 ਦਰਜੇ ਆਉਂਦੇ ਨੇ, ਵਿਦਵਾਨ ਕਹਿੰਦੇ ਨੇ ਕਿ ਧਾਰਮਿਕ ਸ਼੍ਰੇਣੀ ਵਿੱਚ। ਇੱਕ ਜਗਿਆਸੂ, ਜਿਵੇਂ ਆਪ ਸਾਧ ਸੰਗਤ ਜੁੜ ਕੇ ਬੈਠੇ ਹੋ, ਜਗਿਆਸੂ 10,000 ਦੇ ਕਰੀਬ ਹੋਣ ਤੇ ਉਹਨਾਂ ਦੇ ਵਿੱਚ ਇੱਕ ਸਾਧੂ ਹੁੰਦਾ ਏ। ਜਗਿਆਸੂ ਉਹਨੂੰ ਕਹਿੰਦੇ ਨੇ ਜਿਹਨੂੰ ਇੰਨੀ ਕੁ ਸੋਝੀ ਆ ਜਾਂਦੀ ਏ, ਇੰਨੀ ਕੁ ਸਮਝ ਆ ਜਾਂਦੀ ਏ ਕਿ ਮੈਂ ਸਤ ਸੰਗਤ ਵਿੱਚ ਜਾ ਕੇ
ਸਤਿਗੁਰਾਂ ਦੀ ਵਡਿਆਈ ਗੁਰਬਾਣੀ ਸਰਵਣ ਕਰਨੀ ਆ ਤੇ ਉਹਦੇ ਉੱਤੇ ਚੱਲਣਾ ਹੈ, ਅਮਲ ਕਰਨਾ ਹੈ। ਜੇ 10,000 ਦੇ ਕਰੀਬ ਜਗਿਆਸੂ ਬੈਠੇ ਹੋਣ, ਉਹਨਾਂ ਦੇ ਵਿੱਚ ਇੱਕ ਸਾਧੂ ਹੁੰਦਾ ਏ, ਤੇ ਜੇ 10,000 ਦੇ ਕਰੀਬ ਸਾਧੂ ਜਨ ਬੈਠੇ ਹੋਣ ਨਾ, ਉਹਨਾਂ ਦੇ ਵਿੱਚ ਇੱਕ ਸੰਤ ਹੁੰਦਾ ਏ। ਜਿਵੇਂ ਮਹਾਂਪੁਰਖ ਬਾਬਾ ਭਾਵਾ ਸਿੰਘ ਜੀ ਨੇ। ਸਾਧੂ ਕੌਣ ਹੁੰਦਾ ਏ? ਜਿਹੜਾ ਸਾਧਨਾ ਕਰਨ ਡੈ ਪੈਂਦਾ ਏ, ਜਿਹਨੇ ਆਪਣੇ ਮਨ ਨੂੰ ਸਾਧ ਲਿਆ ਏ। ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਤੇ ਨਹੀਂ ਪਹੁੰਚਿਆ, ਪਰ ਉਸ ਰਸਤੇ ਦੇ ਉੱਤੇ ਚੱਲ ਪਿਆ ਏ, ਉਸ ਮਾਰਗ ਦੇ ਉੱਤੇ ਚੱਲ ਪਿਆ ਏ। ਤੇ ਜਦੋਂ ਇਸ ਮਾਰਗ ਦੇ ਉੱਤੇ ਚੱਲਦਿਆਂ ਚੱਲਦਿਆਂ ਉਸ ਪਰਿਪੂਰਨ ਪਰਮਾਤਮਾ ਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਏ, ਤਾਂ ਫਿਰ ਸਤਿਗੁਰੂ ਜੀ ਕਹਿੰਦੇ ਨੇ ਹਰ ਹਰ ਜਨ ਦੁਈ ਏਕ ਹੈ, ਬੇਬ ਵਿਚਾਰ ਕਛ ਨਾਹੇ, ਜਲ ਤੇ ਉਪਜੇ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਸੋ ਸਾਧ ਸੰਗਤ ਜੀ, ਸਾਡੇ ਬੜੇ ਵੱਡੇ ਭਾਗ ਨੇ ਕਿ ਸਾਡਾ ਜਨਮ ਉਸ ਨਗਰ ਵਿੱਚ ਹੋਇਆ ਏ ਜਿੱਥੇ ਮਹਾਂਪੁਰਖਾਂ ਨੇ ਬੰਦਗੀ ਕੀਤੀ ਏ, ਤਪ ਕੀਤਾ ਏ। ਕਿਉਂਕਿ ਹਰ ਨਗਰ ਦੇ ਵਿੱਚ ਮਹਾਂਪੁਰਖ ਬ੍ਰਹਮ ਗਿਆਨੀ ਜਾਂ ਸ਼ਹੀਦ ਨਹੀਂ ਹੁੰਦੇ। ਇਹ ਬੜੇ ਵੱਡੇ ਭਾਗ ਹੋਣ ਤਾਂ ਉਹੀ ਉਸ ਨਗਰ ਦੇ ਵਿੱਚ ਹੀ ਮਹਾਂਪੁਰਖਾਂ ਦਾ ਵਾਸਾ ਹੁੰਦਾ ਏ। ਤੇ ਜੇ ਅਸੀਂ ਇਸ ਨਗਰ ਦੇ ਵਿੱਚ ਰਹਿ ਕੇ ਵੀ ਮਹਾਂਪੁਰਖਾਂ ਨੇ ਜਿੱਥੇ ਬੰਦਗੀ ਕੀਤੀ ਏ, ਜਿੱਥੇ ਤਪ ਕੀਤਾ ਏ, ਉੱਥੇ ਰਹਿ ਕੇ ਵੀ ਜੇ ਉਸ ਮਾਰਗ 'ਤੇ ਨਾ ਚੱਲ ਸਕੇ ਤਾਂ ਸਾਡਾ ਇੱਥੇ ਆਉਣ ਦਾ ਕੋਈ ਮਨੋਰਥ ਜਿਹੜਾ ਏ ਉਹ ਪੂਰਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਕਥਾ ਆਉਂਦੀ ਹੈ ਕਿ ਕਿਸੇ ਰਾਜੇ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈਗੀ ਸੀ। ਉਸ ਰਾਜੇ ਨੇ ਬੜਾ ਯਤਨ ਕੀਤਾ ਕਿ ਕਿਤੇ ਨਾ ਕਿਸੇ ਤਰੀਕੇ ਨਾਲ ਉਹਦੇ ਘਰ ਦੇ ਵਿੱਚ ਔਲਾਦ ਪੈਦਾ ਹੋ ਜਾਵੇ। ਬੜੇ ਜੱਗ ਕੀਤੇ, ਬੜਾ ਤੀਰਥਾਂ ਦਾ ਰਟਨ ਕੀਤਾ, ਬੜੇ ਪੰਡਤਾਂ ਜੋਤਸ਼ੀਆਂ ਤੋਂ ਗਿਆ, ਪਰ ਕਿਤੇੋਂ ਵੀ ਉਹਨੂੰ ਔਲਾਦ ਦੀ ਪ੍ਰਾਪਤੀ ਨਾ ਹੋਈ। ਫਿਰ ਉਹਨੂੰ ਕਿਸੇ ਜੋਤਸ਼ੀ ਨੇ, ਪੰਡਤ ਨੇ ਕਹਿਣਾ ਕੀਤਾ ਕਿ ਇਹ ਰਾਜਨ, ਜੇ ਤੂੰ ਚਾਹੁੰਦਾ ਏ ਕਿ ਤੇਰੇ ਘਰ ਦੇ ਵਿੱਚ ਕੋਈ ਔਲਾਦ ਪੁੱਤਰ ਪੈਦਾ ਹੋਵੇ ਤਾਂ ਤੂੰ ਦੇਵੀ ਦੇ ਬਲੀ ਦੇ, ਕਿਸੇ ਮਨੁੱਖ ਦੀ। ਸੋ ਜਦੋਂ ਬੰਦੇ ਨੂੰ ਕਿਸੇ ਪਦਾਰਥ ਦੀ ਲੋੜ ਹੋਵੇ ਤਾਂ ਬੰਦਾ ਇੰਨਾ ਅੰਨਾ ਹੋ ਜਾਂਦਾ ਹੈ ਕਿ ਉਹਨੂੰ ਆਪਣੀ ਹਵਸ਼, ਆਪਣਾ ਮਤਲਬ ਪੂਰਾ ਹੋਣਾ ਚਾਹੀਦਾ ਹੈ। ਅਗਲੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਭਾਵੇਂ ਇੱਜ਼ਤ ਕਰਕੇ ਨੁਕਸਾਨ ਕਰਨਾ ਪਵੇ, ਧਨ ਕਰਕੇ ਨੁਕਸਾਨ ਕਰਨਾ ਪਵੇ, ਤਨ ਕਰਕੇ ਕਰਨਾ ਪਵੇ। ਸੋ ਇਸੇ ਤਰ੍ਹਾਂ ਉਸ ਰਾਜੇ ਨੂੰ ਵੀ ਔਲਾਦ ਦੀ ਭੁੱਖ ਸੀ। ਉਸ ਰਾਜੇ ਨੂੰ ਜਦੋਂ ਪੰਡਤ ਨੇ ਕਹਿਣਾ ਕੀਤਾ ਕਿ ਤੂੰ ਦੇਵੀ ਦੇ, ਕਿਸੇ ਮਨੁੱਖ ਦੀ, ਕਿਸੇ ਬੱਚੇ ਦੀ ਬਲੀ ਦੇ, ਤਾਂ ਤੇਰੇ ਗ੍ਰਹਿ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਵੇਗੀ। ਸੋ ਰਾਜੇ ਨੇ ਉਸ ਪੰਡਤ ਦੀ ਗੱਲ ਮੰਨ ਕੇ ਸਾਰੇ ਨਗਰ ਦੇ ਵਿੱਚ ਇਹੋ ਢੰਡੌਰਾ ਪਿਟਾ ਦਿੱਤਾ ਕਿ ਜਿਹੜਾ ਵੀ ਮੈਨੂੰ ਆਪਣਾ ਪੁੱਤਰ ਦੇਵੇਗਾ ਮੈਂ ਉਹਨੂੰ ਬਹੁਤ ਸਾਰਾ ਧਨ ਦੇਵਾਂਗਾ। ਜਦੋਂ ਸਾਰੇ ਇਲਾਕੇ ਦੇ ਵਿੱਚ ਇਹ ਗੱਲ ਫੈਲ ਗਈ ਕਿ ਰਾਜੇ ਨੂੰ ਇੱਕ ਬੱਚੇ ਦੀ ਲੋੜ ਆ, ਤਾਂ ਉਸ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਹਦੇ 3 ਪੁੱਤਰ ਸਨ। ਜਿਹੜੇ 2 ਵੱਡੇ ਸਨ ਉਹ ਤਾਂ ਆਪਣੇ ਮਾਂ-ਪਿਓ ਨਾਲ ਘਰ ਦਾ ਕਾਰਜ ਕਰਾਉਂਦੇ ਸਨ, ਤੇ ਜਿਹੜਾ ਉਹਨਾਂ ਦਾ ਛੋਟਾ ਪੁੱਤਰ ਸੀ ਉਹ ਉਸੇ ਨਗਰ ਦੇ ਵਿੱਚ ਇੱਕ ਸਾਧੂਆਂ ਦੀ ਮੰਡਲੀ ਰਹਿੰਦੀ ਸੀ। ਉਸ ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਰਹਿੰਦੇ ਸਨ। ਉਹ ਜਿਹੜਾ ਛੋਟਾ ਪੁੱਤਰ ਆ ਉਹਨਾਂ ਸਾਧੂਆਂ ਦੇ ਕੋਲ ਜਾਣ ਡੈ ਪਿਆ। ਘਰਦਿਆਂ ਨੇ ਬੜਾ ਡੱਕਣਾ ਕਿ ਉਹ ਸਾਧੂ ਆਪ ਤਾਂ ਵਿਹਲੇ ਨੇ, ਆਪ ਤੇ ਉਹਨਾਂ ਕੁਝ ਕਰਨਾ ਨਹੀਂ, ਤੇ ਤੈਨੂੰ ਵੀ ਮਾੜੀ ਮੱਤ ਦੇਣਗੇ, ਤੇਰਾ ਉਹਨਾਂ ਬੇੜਾ ਗਰਕ ਕਰ ਦੇਣਾ, ਤੂੰ ਉੱਥੇ ਨਾ ਜਾਇਆ ਕਰ। ਪਰ ਘਰਦਿਆਂ ਦੇ ਕਹਿਣ 'ਤੇ ਵੀ ਜਦੋਂ ਉਹ ਬੱਚਾ ਉੱਥੇ ਜਾਣੋਂ ਨਾ ਹਟਿਆ ਤਾਂ ਉਸ ਪਰਿਵਾਰ ਨੂੰ ਜਦੋਂ ਪਤਾ ਲੱਗਾ ਕਿ ਰਾਜੇ ਨੂੰ ਬੱਚੇ ਦੀ ਲੋੜ ਆ ਤੇ ਉਹਦੇ ਬਦਲੇ ਉਹ ਬਹੁਤ ਸਾਰਾ ਧਨ ਦੇਵੇਗਾ। ਸੋ ਉਸ ਪਰਿਵਾਰ ਨੇ ਆਪਣੇ ਉਸ ਛੋਟੇ ਪੁੱਤਰ ਨੂੰ ਵਿਹਲੜ ਜਾਣ ਕੇ, ਨਿਕੰਮਾ ਜਾਣ ਕੇ ਉਸ ਰਾਜੇ ਨੂੰ ਵੇਚ ਦਿੱਤਾ। ਸੋ ਰਾਜੇ ਨੇ ਉਸ ਬੱਚੇ ਨੂੰ ਖਰੀਦ ਲਿਆ।
ਸਮਾਂ ਨਿਯਤ ਕੀਤਾ ਗਿਆ ਕਿ ਫਲਾਣੇ ਦਿਨ ਇਸ ਬੱਚੇ ਦੀ ਬਲੀ ਦਿੱਤੀ ਜਾਣੀ ਆ। ਜਿੰਨੇ ਵੀ ਨਗਰ ਦੇ ਲੋਕ ਸਨ ਸਾਰਿਆਂ ਦਾ ਇਕੱਠ ਹੋਇਆ। ਸੋ ਰਾਜੇ ਨੇ ਉਸ ਬੱਚੇ ਨੂੰ ਕਹਿਣਾ ਕੀਤਾ ਕਿ ਪੁੱਤਰ, ਜੇ ਤੇਰੀ ਕੋਈ ਆਖਰੀ ਇੱਛਾ ਹੈਗੀ ਆ ਤਾਂ ਉਹ ਤੂੰ ਦੱਸ ਦੇ, ਇਸ ਤੋਂ ਬਾਅਦ ਤੈਨੂੰ ਮਾਰ ਦਿੱਤਾ ਜਾਵੇਗਾ ਤੇ ਤੇਰੀ ਜਿਹੜੀਆਂ ਸਾਰੀਆਂ ਇੱਛਾਵਾਂ ਨੇ ਉਹ ਸਾਰੀਆਂ ਖਤਮ ਹੋ ਜਾਣਗੀਆਂ। ਸੋ ਉਸ ਬੱਚੇ ਨੇ ਰਾਜੇ ਨੂੰ ਕਹਿਣਾ ਕੀਤਾ ਕਿ ਰਾਜਨ, ਮੇਰੀ ਆਖਰੀ ਇੱਛਾ ਇਹੋ ਹੀ ਆ ਕਿ ਮੈਨੂੰ ਇਸ਼ਨਾਨ ਕਰਨ ਦਾ ਮੌਕਾ ਦਿੱਤਾ ਜਾਵੇ। ਸੋ ਰਾਜੇ ਨੇ ਕਹਿਣਾ ਕੀਤਾ ਕਿ ਠੀਕ ਹੈ ਪੁੱਤਰ, ਜੇ ਤੂੰ ਕਹਿੰਦਾ ਹੈ ਕਿ ਮੈਨੂੰ ਇਸ਼ਨਾਨ ਕਰਨ ਦਾ ਮੌਕਾ ਦਿੱਤਾ ਜਾਵੇ, ਜਾਓ ਆਪਣੇ ਵਜ਼ੀਰਾਂ ਨੂੰ ਕਹਿਣਾ ਕੀਤਾ ਕਿ ਇਸ ਬੱਚੇ ਨੂੰ ਜਾ ਕੇ ਇਸ਼ਨਾਨ ਕਰਾ ਲਿਆਓ। ਸੋ ਰਾਜਾ ਆਪਣੇ ਮਹਿਲਾਂ ਦੇ ਉੱਤੇ ਚੜ੍ਹ ਗਿਆ। ਰਾਜੇ ਦੇ ਮਹਿਲ ਦੇ ਮਗਰਲੇ ਪਾਸੋਂ ਦੀ ਇੱਕ ਨਹਿਰ ਵਗਦੀ ਸੀ। ਸੋ ਬੱਚਾ ਉੱਥੇ ਜਾ ਕੇ ਇਸ਼ਨਾਨ ਕਰਕੇ ਜਦੋਂ ਵਾਪਸ ਆਉਣ ਲੱਗਾ, ਉਸ ਬੱਚੇ ਨੇ ਉੱਥੇ ਰੇਤਾ ਤੇ 4 ਢੇਰੀਆਂ ਬਣਾਈਆਂ। ਰਾਜਾ ਵੇਂਦਾ ਏ ਕਿ ਇਹ ਬੱਚਾ ਕੀ ਕੌਤਕ ਕਰ ਰਿਹਾ ਏ। ਉਸ ਬੱਚੇ ਨੇ 4 ਢੇਰੀਆਂ ਬਣਾ ਕੇ ਪਹਿਲੀ ਢੇਰੀ ਵੱਲ ਬੜੇ ਗੌਰ ਨਾਲ ਵੇਖ ਕੇ ਤੇ ਉਹਨੂੰ ਲੱਤ ਮਾਰ ਕੇ ਢਾਹ ਦਿੱਤਾ ਤੇ ਰੋਣ ਡੈ ਪਿਆ। ਸੋ ਬਾਅਦ ਵਿੱਚ ਦੂਸਰੀ ਢੇਰੀ ਵੱਲ ਵੀ ਉਹਨੇ ਵੇਖ ਕੇ ਉਹਨੂੰ ਵੀ ਢਾਹ ਦਿੱਤਾ, ਰੋਣ ਡੈ ਪਿਆ। ਤੀਸਰੀ ਢੇਰੀ ਨੂੰ ਵੀ ਇਸੇ ਤਰ੍ਹਾਂ ਉਸ ਬੱਚੇ ਨੇ ਲੱਤ ਮਾਰ ਕੇ ਢਾਹ ਦਿੱਤਾ ਤੇ ਰੋਣ ਡੈ ਪਿਆ। ਹੁਣ ਚੌਥੀ ਢੇਰੀ ਜਿਹੜੀ ਇੱਕ ਢੇਰੀ ਰਹਿ ਗਈ ਆ, ਉਸ ਬੱਚੇ ਨੇ ਉਹਦੀਆਂ ਪਰਿਕਰਮਾ ਕਰਕੇ ਤੇ ਉਹਨੂੰ ਬੜੇ ਪਿਆਰ ਨਾਲ ਮੱਥਾ ਟੇਕਿਆ। ਹੁਣ ਰਾਜਾ ਮਹਿਲਾਂ ਦੇ ਚੜ੍ਹਿਆ ਇਹ ਸਾਰਾ ਕੌਤਕ ਵੇਖ ਰਿਹਾ ਹੈ। ਜਦੋਂ ਬੱਚਾ ਇਸ਼ਨਾਨ ਕਰਕੇ ਵਾਪਸ ਮਹਿਲਾਂ ਵਿੱਚ ਆਇਆ ਤਾਂ ਉਸ ਰਾਜੇ ਨੇ ਪੁੱਛਣਾ ਕੀਤਾ ਕਿ ਪੁੱਤਰ, ਇਹ ਜਿਹੜੀਆਂ ਤੂੰ 4 ਢੇਰੀਆਂ ਬਣਾਈਆਂ ਸਨ ਤੇ 3 ਨੂੰ ਤੂੰ ਢਾਹ ਦਿੱਤਾ ਏ, ਤੇ ਜਿਹੜੀ ਚੌਥੀ ਢੇਰੀ ਆ ਉਹਨੂੰ ਤੂੰ ਨਮਸਕਾਰ ਕੀਤੀ ਏ, ਇਹ ਕੀ ਕੌਤਕ ਕੀਤਾ ਏ? ਤਾਂ ਉਸ ਬੱਚੇ ਨੇ ਕਹਿਣਾ ਕੀਤਾ ਕਿ ਇਹ ਰਾਜਨ, ਜਿਹੜੀ ਮੈਂ ਪਹਿਲੀ ਢੇਰੀ ਬਣਾਈ ਸੀ ਤੇ ਢਾਹ ਦਿੱਤੀ ਆ, ਉਹ ਢੇਰੀ ਮੈਂ ਆਪਣੇ ਮਾਂ ਪਿਓ ਦੇ ਨਾਂ ਤੇ ਬਣਾਈ ਸੀ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਮੇਰੀ ਪਾਲਣਾ ਪੋਸ਼ਣਾ ਕੀਤੀ, ਤੇ ਮੈਨੂੰ ਉਹਨਾਂ ਤੋਂ ਉਮੀਦ ਸੀ ਕਿ ਉਹ ਮੈਨੂੰ ਬਚਾਉਣਗੇ, ਉਹ ਮੇਰੀ ਰਾਖੀ ਕਰਨਗੇ। ਪਰ ਮਾਇਆ ਦੇ ਵਸ, ਮਾਇਆ ਦੇ ਲਾਲਚ ਵਿੱਚ ਆ ਕੇ ਮੇਰੇ ਮਾਂ ਪਿਓ ਨੇ ਰਾਜਾ ਤੈਨੂੰ ਵੇਚ ਦਿੱਤਾ ਏ। ਤੇਰੇ ਪਾਸ ਮੈਨੂੰ ਵੇਚ ਕੇ ਧਨ ਨੂੰ ਪਹਿਲਾਂ ਖਰੀਦਿਆ ਏ ਤੇ ਮੇਰੀ ਉਹਨਾਂ ਕੋਈ ਜ਼ਰੂਰਤ ਨਹੀਂ ਸਮਝੀ। ਸੋ ਜਿਹੜੀ ਪਹਿਲੀ ਢੇਰੀ ਸੀ ਮੈਂ ਆਪਣੇ ਮਾਂ ਪਿਓ ਦੇ ਨਾਂ ਤੇ ਬਣਾਈ ਸੀ ਤੇ ਉਹਨੂੰ ਢਾਹ ਦਿੱਤਾ। ਜਿਹੜੀ ਦੂਸਰੀ ਢੇਰੀ ਸੀ ਉਹ ਰਾਜਾ ਮੈਂ ਤੇਰੇ ਨਾਂ ਦੀ ਬਣਾਈ ਸੀ, ਕਿਉਂਕਿ ਜਿਹੜਾ ਰਾਜਾ ਹੁੰਦਾ ਏ ਉਹ ਪ੍ਰਜਾ ਦਾ ਰਾਖਾ ਹੁੰਦਾ ਏ, ਉਹ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਵਾਲਾ ਹੁੰਦਾ ਏ। ਪਰ ਹੁਣ ਰਾਜਾ ਹੀ ਮੇਰੀ ਬਲੀ ਦੇਣ ਜਾ ਰਿਹਾ ਏ ਤਾਂ ਇਸ ਰਾਜੇ ਤੋਂ ਮੈਨੂੰ ਕਿਸੇ ਸੁੱਖ ਦੀ ਆਸ ਨਹੀਂ ਆ। ਸੋ ਰਾਜਨ, ਉਹ ਜਿਹੜੀ ਦੂਸਰੀ ਢੇਰੀ ਸੀ ਉਹ ਮੈਂ ਤੇਰੇ ਨਾਂ ਦੀ ਬਣਾਈ ਸੀ ਤੇ ਉਹਨੂੰ ਵੀ ਮੈਂ ਢਾਹ ਦਿੱਤਾ, ਤੇ ਆ ਜਿਹੜੀ ਤੀਸਰੀ ਢੇਰੀ ਸੀ ਐ ਮੈਂ ਜਿਹਨੂੰ ਦੇਵੀ ਦੇਵਤਿਆਂ ਨੂੰ ਸਾਰੇ ਲੋਕੀ ਪੂਜਦੇ ਨੇ, ਮੰਨਦੇ ਨੇ, ਉਹਨਾਂ ਦੇ ਨਾਂ ਤੇ ਬਣਾਈ ਸੀ ਕਿ ਹੋ ਸਕਦਾ ਏ ਇਹ ਦੇਵੀ ਦੇਵਤੇ ਮੇਰੀ ਰੱਖਿਆ ਕਰ ਦੇਣ, ਮੈਨੂੰ ਬਚਾ ਲੈਣ। ਪਰ ਇਹਨਾਂ ਦੇਵਤਿਆਂ ਨੇ, ਇਹਨਾਂ ਦੇਵੀਆਂ ਨੇ ਮੇਰੀ ਰੱਖਿਆ ਤੇ ਕੀ ਕਰਨੀ ਆ? ਉਹ ਜਿਹੜੀ ਦੇਵੀ ਆ ਜਿਹਨੂੰ ਲੋਕੀ ਮਾਤਾ ਕਹਿੰਦੇ, ਉਹ ਕਿਵੇਂ ਦੀ ਮਾਂ ਹੋਵੇਗੀ ਜਿਹੜੀ ਆਪਣੇ ਬੱਚੇ ਦੀ ਬਲੀ ਮੰਗ ਰਹੀ ਆ? ਸੋ ਇਹ ਜਿਹੜੀ ਤੀਸਰੀ ਢੇਰੀ ਆ ਇਹ ਮੈਂ ਇਹਨਾਂ ਦੇਵੀ ਦੇਵਤਿਆਂ ਦੇ ਨਾਂ ਦੀ ਬਣਾਈ ਸੀ। ਇਹਨੂੰ ਵੀ ਮੈਂ ਜਦੋਂ ਮੇਰੀ ਇਹਦੇ ਕੋਲ ਤਮੰਨਾ ਪੂਰੀ ਨਾ ਹੋਈ ਤਾਂ ਇਹਨੂੰ ਮੈਂ ਢਾਹ ਦਿੱਤਾ ਏ। ਤੇ ਰਾਜੇ ਨੇ ਕਿਹਾ ਕਿ ਬੱਚਾ, ਜਿਹੜੀ ਚੌਥੀ ਢੇਰੀ ਆ ਉਹਨੂੰ ਤੂੰ ਨਮਸਕਾਰ ਕਿਉਂ ਕੀਤਾ? ਤਾਂ ਬੱਚਾ ਕਹਿਣ ਲੱਗਾ ਕਿ ਰਾਜਨ, ਸਾਡੇ ਨਗਰ ਦੇ ਬਾਰ-ਬਾਰ ਸਾਧੂ ਮਹਾਂਪੁਰਖ ਰਹਿੰਦੇ ਨੇ, ਮੈਂ ਉਹਨਾਂ ਦੀ ਸੰਗਤ ਕਰਦਾ ਵਾਂ ਤੇ ਉਹਨਾਂ ਨੇ ਇਹੋ ਹੀ ਸਿੱਖਿਆ ਦਿੱਤੀ ਆ ਕਿ ਪੁੱਤਰ, ਜਦੋਂ ਘਰ ਦੇ ਵੀ ਸਾਥ ਛੱਡ ਦੇਣ, ਦੁਨੀਆ ਵੀ ਸਾਥ ਛੱਡ ਦੇਵੇ,
ਆਪਣੇ ਵੀ ਧੀਆਂ ਪੁੱਤ ਵੀ ਮਾਂ ਪਿਓ ਵੀ ਸਾਥ ਛੱਡ ਦੇਣ ਤਾਂ ਉਸ ਅਕਾਲ ਪੁਰਖ ਨੂੰ ਚੇਤੇ ਕਰੀ, ਜਿਹੜਾ ਸਦਾ ਹੀ ਸਾਡੇ ਅੰਗ ਸੰਗ ਆ, ਉਹ ਤੇਰੀ ਰੱਖਿਆ ਕਰੇਗਾ। ਸੋ ਰਾਜਨ, ਉਹਨਾਂ ਮਹਾਂਪੁਰਖਾਂ ਦੇ ਕਹਿ ਹੋਈ ਸਿੱਖਿਆ, ਦਿੱਤੀ ਹੋਈ ਸਿੱਖਿਆ ਬਚਨਾਂ ਤੇ ਚੱਲ ਕੇ ਮੈਂ ਇਸ ਚੌਥੀ ਢੇਰੀ ਨੂੰ ਉਸ ਪਰਮਾਤਮਾ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਕਿ ਇਹ ਅਕਾਲ ਪੁਰਖ, ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਏ, ਹੁਣ ਮੈਨੂੰ ਤੇਰੇ ਉੱਤੇ ਹੀ ਭਰੋਸਾ ਏ, ਹੁਣ ਕਿਰਪਾ ਕਰੀ ਮੇਰੀ ਜਾਨ ਬਚਾ ਲਈ। ਜਦੋਂ ਰਾਜੇ ਨੇ ਉਸ ਬੱਚੇ ਕੋਲੋਂ ਇਹ ਗੱਲ ਸੁਣੀ ਤਾਂ ਰਾਜਾ ਕਹਿਣ ਲੱਗਾ ਕਿ ਇਹ ਬੱਚਾ ਤੇਰੀ ਬਲੀ ਦੇ ਕੇ ਮੈਨੂੰ ਪਤਾ ਨਹੀਂ ਪੁੱਤਰ ਮਿਲੇ ਜਾਂ ਨਾ ਮਿਲੇ, ਪਰ ਤੇਰੇ ਵਰਗਾ ਹੋਣਹਾਰ ਗੁਣਵਾਨ ਪੁੱਤਰ ਮੈਂ ਮਰਵਾਉਣਾ ਨਹੀਂ ਚਾਹੁੰਦਾ। ਸੋ ਰਾਜੇ ਨੇ ਉਸ ਬੱਚੇ ਨੂੰ ਗਲ ਵਕੜੀ ਵਿੱਚ ਲੈ ਕੇ ਆਪਣਾ ਪੁੱਤਰ ਬਣਾ ਕੇ ਆਪਣੀ ਰਾਜ ਗੱਦੀ ਤੇ ਬਿਠਾਇਆ। ਕਹਿਣ ਤੋਂ ਭਾਵ ਕਿ ਕੋ ਛੋਟੇ ਬੱਚੇ ਨੇ ਸਾਧੂਆਂ ਦੀ ਸੰਗਤ ਕਰਕੇ, ਸਾਧੂਆਂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਅਕਾਲ ਪੁਰਖ ਤੇ ਭਰੋਸਾ ਕੀਤਾ ਤਾਂ ਉਹਦਾ ਜਿਹੜਾ ਮਰਨ ਦਾ ਗੇੜ ਸੀ, ਜਿਹੜਾ ਮੌਤ ਦਾ ਸੰਕਟ ਸੀ, ਉਹ ਦੂਰ ਕਰ ਦਿੱਤਾ। ਸਾਧ ਸੰਗਤ ਜੀ, ਸਾਡੇ ਨਗਰ ਵਿੱਚ ਵੀ ਜੇ ਮਹਾਂਪੁਰਖਾਂ ਨੇ ਕਿਰਪਾ ਕੀਤੀ ਆ, ਇਸ ਨਗਰ ਵਿੱਚ ਬੰਦਗੀ ਭਗਤੀ ਕੀਤੀ ਆ, ਤਾਂ ਸਾਡਾ ਵੀ ਫਰਜ਼ ਬਣਦਾ ਏ ਕਿ ਉਹ ਤੋਂ ਲਾਹਾ ਲਿਆ ਜਾਵੇ। ਕਿਉਂਕਿ ਸਾਡੇ ਮਨ ਦੇ ਵਿੱਚ ਇਹ ਵਿਚਾਰ ਹੋਣੀ ਆ ਕਿ ਹੁਣ ਕਿਹੜੇ ਬਾਬਾ ਭਾਵਾ ਸਿੰਘ ਜੀ ਹੈਗੇ ਨੇ ਸਰੀਰ ਕਰਕੇ, ਪਰ ਨਹੀਂ ਸਾਧ ਸੰਗਤ ਜੀ, ਇਹ ਜਿਹੜੇ ਮਹਾਂਪੁਰਖ ਨੇ ਇਹ ਉਸ ਅਕਾਲ ਪੁਰਖ ਦੇ ਵਿੱਚ ਲੀਨਤਾ ਹੋ ਗਏ ਨੇ, ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਨੇ। ਸਾਡੀ ਸੋਝੀ ਹੋਣੀ ਚਾਹੀਦੀ ਆ, ਸਾਡੇ ਮਨ ਦੇ ਵਿੱਚ ਚਾਅ ਹੋਣਾ ਚਾਹੀਦਾ ਹੈ ਮਹਾਂਪੁਰਖਾਂ ਤੋਂ ਸਿੱਖਿਆ ਲੈਣ ਦੀ। ਉਹ ਪਰਿਪੂਰਨ ਪਰਮਾਤਮਾ ਸਾਨੂੰ ਸਿੱਖਿਆ ਦਿੰਦਾ ਏ। ਸਤਿਗੁਰੂ ਜੀ ਕਹਿੰਦੇ ਨੇ, ਹੇ ਜੀਵ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ ਹੈ। ਕਿ ਜੀਵ ਉੱਠਦਿਆਂ ਬਹਿੰਦਿਆਂ ਸੌਂਦਿਆਂ ਉਸ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਰੱਖ। ਇਹ ਨਹੀਂ ਕਿਹਾ ਪਰਮਾਤਮਾ ਨੇ, ਸਤਿਗੁਰਾਂ ਨੇ ਸਾਨੂੰ ਕਿ ਹਰ ਵੇਲੇ ਸਮਾਧੀ ਲਾ ਕੇ ਬੈਠਾ ਰਹਿ, ਕੋਈ ਕੰਮ ਕਾਰ ਨਾ ਕਰ, ਘਰ ਦੇ ਕਾਰਜ ਛੱਡ ਦੇ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ, ਨਾਮਾ ਕਹਿ ਤਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿ ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਉਸ ਅਕਾਲ ਪੁਰਖ ਦੀ ਯਾਦ, ਉਹਦਾ ਚੇਤਾ ਆਪਣੇ ਮਨ ਦੇ ਵਿੱਚ ਜ਼ਰੂਰ ਰੱਖ। ਯਾਦ ਕਰਨਾ, ਚੇਤੇ ਕਰਨਾ, ਸਿਮਰਨ ਕਰਨਾ ਇੱਕੋ ਹੀ ਗੱਲ ਆ। ਪੰਜਾਬੀ ਵਿੱਚ ਕਹਿ ਦਿੰਦੇ ਚੇਤੇ ਕਰਨਾ, ਹਿੰਦੀ 'ਚ ਯਾਦ ਕਰਨਾ, ਤੇ ਸੰਸਕ੍ਰਿਤੀ ਦੇ ਵਿੱਚ ਕਹਿ ਦਿੰਦੇ ਨੇ ਸਿਮਰਨ ਕਰਨਾ। ਬਸ ਗੱਲ ਕੀ ਆ ਕਿ ਉਸ ਪਰਿਪੂਰਨ ਪਰਮਾਤਮਾ ਨੂੰ ਆਪਾਂ ਹਮੇਸ਼ਾ ਚੇਤੇ ਕਰੀਏ। ਇਹ ਜਿਹੜੇ ਸਾਡੇ ਮਨਾਏ ਹੋਏ ਗੁਰਪੁਰਬ ਆ, ਸਾਲਾਨਾ ਜੋੜ ਮੇਲੇ ਆ, ਤਾਂ ਹੀ ਸਫਲੇ ਨੇ ਜੇ ਅਸੀਂ ਸਤਿਗੁਰਾਂ ਦੇ ਕਹਿ ਦੇ ਉੱਤੇ ਚੱਲ ਸਕੀਏ। ਜਿਹੜਾ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਏ, ਸਤਿਗੁਰੂ ਦੀ ਨਾਮ ਜਪਣ ਨੂੰ ਸਾਨੂੰ ਕਹਿੰਦੇ ਨੇ ਕਿ ਜੀਵ ਜਿੰਨਾ ਚਿਰ ਤੂੰ ਨਾਮ ਨਹੀਂ ਜਪਦਾ ਨਾ, ਉਹਨਾਂ ਚਿਰ ਤੇਰੀ ਕਲਿਆਣ ਨਹੀਂ ਹੋ ਸਕਦੀ। ਸਤਿਗੁਰਾਂ ਨੇ ਇਹ ਸਾਨੂੰ ਕਹਿ ਦਿੱਤਾ ਹੈ ਕਿ ਨਾਮ ਜਪ। ਹੁਣ ਕਿਸੇ ਨੂੰ ਕਹਿ ਦਈਏ ਵੀ ਭਾਈ ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ, ਤੇ ਸਾਡਾ ਮਨੁੱਖੀ ਸੁਭਾਅ ਆ ਇਹੋ ਸੋਚਦੇ ਆ ਭਾਈ ਜੇ ਨਾਮ ਜਪਾਂਗੇ ਤਾਂ ਸਾਨੂੰ ਕੀ ਮਿਲੂਗਾ। ਪਰ ਨਹੀਂ ਸਾਧ ਸੰਗਤ ਜੀ, ਸਤਿਗੁਰਾਂ ਨੇ ਸਾਨੂੰ ਦਿੱਤਾ ਬੜਾ ਕੁਝ ਆ, ਅਸੀਂ ਉਹਨੂੰ ਭੁਲਾ ਕੇ ਬੈਠੇ ਆ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿ ਜੀਵ ਤੇਰੀ ਹਸਤੀ ਕੀ ਆ, ਸਾਡਾ ਸਾਰਿਆਂ ਦਾ ਮੂਲ ਕੀ ਆ। ਮਾਂ ਦੇ ਖੂਨ ਤੋਂ ਤੇ ਪਿਤਾ ਦੇ ਗੰਦੇ ਬਿੰਦ ਤੋਂ, ਪਾਣੀ ਤੋਂ ਅਸੀਂ ਬਣੇ ਆ। ਤੇ ਉਸ ਪਰਿਪੂਰਨ ਪਰਮਾਤਮਾ ਨੇ ਜੀਉ ਪਿੰਡ ਤਨ ਸਾਜਿਆ, ਦਿੱਤਾ ਪਹਿਨਣ ਖਾਣ। ਕਿੱਡਾ ਸੋਹਣਾ ਸਾਨੂੰ ਇਹ ਅਰੋਗ ਤਨ ਦਿੱਤਾ ਏ। ਖਾਣ ਲਈ 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਪਹਿਨਣ ਲਈ ਬਸਤਰ ਦਿੱਤੇ ਨੇ, ਰਹਿਣ ਲਈ ਮਕਾਨ ਦਿੱਤੇ ਨੇ। ਤੇ ਜੇ ਅਸੀਂ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਬੰਦਗੀ ਨਾ ਕਰਾਂਗੇ ਤਾਂ ਫਿਰ ਇਹ ਨਿਗੁਰਿਆਂ ਵਾਲੀ ਗੱਲ ਹੋਈ ਨਾ, ਫਿਰ ਅਸੀਂ ਸਤਿਗੁਰਾਂ ਦੇ ਕਹਿਣੇ ਤੇ ਨਾ ਚੱਲੇ। ਸੋ ਸਾਧ ਸੰਗਤ ਜੀ, ਇਹ ਜਿਹੜੇ ਅਸੀਂ ਜੋੜ ਮੇਲੇ ਮਨਾਉਂਦੇ ਆ, ਜੋੜ ਮੇਲਾ ਭਾਵ ਜੋੜ ਮੇਲਾ ਤਾਂ ਹੀ ਸਫਲ ਹੋ ਸਕਦਾ ਹੈ ਜੇ ਅਸੀਂ ਵੀ ਸਤਿਗੁਰਾਂ ਦੇ ਨਾਲ ਜੁੜਾਂਗੇ।
ਲੰਗਰਾਂ ਨਾਲ ਤੇ ਬੜੇ ਚਿਰ ਤੋਂ ਅਸੀਂ ਜੁੜਦੇ ਆ ਰਹੇ ਹਾਂ, ਪਰ ਯਤਨ ਕਰੀਏ ਕਿ ਸਤਿਗੁਰਾਂ ਦੇ ਨਾਲ ਵੀ ਜੁੜਿਆ ਜਾ ਸਕੇ। ਸੋ ਕਮ ਸੇ ਕਮ ਆਪਾਂ ਨੂੰ 30-35 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਹ ਜੋੜ ਮੇਲੇ ਮਨਾਉਂਦਿਆਂ, ਪਰ ਬੜੀ ਦੁੱਖ ਵਾਲੀ ਗੱਲ ਆ ਕਿ ਪਰਸੋਂ ਨਗਰ ਕੀਰਤਨ ਮਨਾਉਣਾ ਸੀ ਤਾਂ 10 ਨਿਤਨੇਮੀ ਸਿੰਘ ਨਹੀਂ ਲੱਭੇ। ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗਣ ਲਈ ਨਾ ਨਿਤਨੇਮ ਕਰਨ ਵਾਲੇ 10 ਸਿੰਘ ਨਹੀਂ ਲੱਭੇ। ਤੇ ਕਿੱਡੀ ਕੁ ਪ੍ਰਾਪਤੀ ਹੋਈ ਸਾਡੇ ਲਈ ਕਿ 30 ਸਾਲਾਂ 'ਚ ਅਸੀਂ 10 ਨਿਤਨੇਮ ਕਰਨ ਵਾਲੇ ਆਪਣੇ ਨਗਰ 'ਚੋਂ ਸਿੰਘ ਨਹੀਂ ਪੈਦਾ ਕਰ ਸਕੇ। ਇਹ ਸ਼ਰਮ ਵਾਲੀ ਗੱਲ ਆ ਸਾਡੇ ਸਾਰਿਆਂ ਲਈ। ਇਹ ਜਿਹੜੇ ਐਡੇ ਵੱਡੇ ਪ੍ਰਚਾਰਕ ਲਿਆਉਣੇ, ਕੀਰਤਨੀਏ ਲਿਆਉਣੇ ਆ, ਇਹ ਤਾਂ ਹੀ ਆ ਸਾਡੇ ਸਫਲੇ ਕਿ ਇਹਨਾਂ ਦੇ ਕਹਿ 'ਤੇ ਚੱਲ ਸਕੀਏ। ਦੂਸਰਾ, ਅਸੀਂ ਜਿਹੜੇ ਢਾਡੀ ਕਵੀਸ਼ਰ ਲਿਆਉਂਦੇ ਆ, ਢਾਡੀ ਕਵੀਸ਼ਰ ਕੀ ਕਹਿੰਦੇ ਨੇ ਸਾਨੂੰ ਕਿ ਸਾਡੇ ਪੁਰਖਿਆਂ ਨੇ, ਸਾਡੇ ਵੱਡਿਆਂ ਨੇ ਨਾ ਤਾਂ ਆਪਣਾ ਹੱਕ ਕਿਸੇ ਨੂੰ ਲੈਣ ਦਿੱਤਾ ਏ ਤੇ ਨਾ ਹੀ ਆਪਣਾ ਹੱਕ ਖੋਇਆ ਏ। ਸੋ ਉਹ ਸਮਾਂ ਸਾਡੇ 'ਤੇ ਚੱਲ ਰਿਹਾ ਏ। ਇਹ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਏ ਦਿੱਲੀ ਵਿੱਚ, ਇਹ ਸਾਡਾ ਇਹੋ ਕੁਝ ਹੀ ਢਾਡੀ ਕਵੀਸ਼ਰ ਇਹੋ ਸਾਨੂੰ ਕਹਿੰਦੇ ਨੇ, ਭਾਈ ਇਹ ਜਿਹੜਾ ਤੁਹਾਡਾ ਮੋਰਚਾ ਲੱਗਾ ਏ ਨਾ, ਇਹ ਸਾਡੇ ਹੱਕਾਂ ਦੇ ਵਿਰੁੱਧ ਆ, ਸਾਨੂੰ ਦਬਾ ਰਿਹਾ ਏ। ਇਹ ਢਾਡੀ ਕਵੀਸ਼ਰਾਂ ਦੁਆਰਾ ਸਾਨੂੰ ਇਹੋ ਹੀ ਉਪਦੇਸ਼ ਮਿਲਦਾ ਏ ਕਿ ਭਾਈ ਇਹ ਜਿਹੜਾ ਤੁਹਾਡਾ ਮੋਰਚਾ ਲੱਗਾ ਇਹਦੇ ਵਿੱਚ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲੀਅਤ ਕਰੋ, ਇਹਦੇ ਵਿੱਚ ਹਾਜ਼ਰੀਆਂ ਭਰੋ। ਤੇ ਸਾਧ ਸੰਗਤ ਜੀ, ਇੱਕ ਬੇਨਤੀ ਆ ਕਿ ਜੇ ਅਸੀਂ ਇਸ ਮੋਰਚੇ ਦੇ ਵਿੱਚ ਜਾ ਨਹੀਂ ਸਕਦੇ, ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਨਗਰ ਦੇ ਕਾਫੀ ਜ਼ਿਆਦਾ ਸਿੰਘ ਇਸ ਮੋਰਚੇ ਦੇ ਵਿੱਚ ਹਾਜ਼ਰੀਆਂ ਭਰਦੇ ਨੇ, ਤਾਂ ਜੇ ਅਸੀਂ ਇਸ ਮੋਰਚੇ ਦੇ ਵਿੱਚ ਜਾ ਨਹੀਂ ਨਾ ਸਕਦੇ ਤਾਂ ਉਹਨਾਂ ਜਾਣ ਵਾਲਿਆਂ ਨੂੰ ਤੇ ਮਾੜਾ ਨਾ ਆਖੋ ਕਿ ਉੱਥੇ ਜਾ ਕੇ ਸ਼ਰਾਬਾਂ ਪੀਂਦੇ ਨੇ ਜਾਂ ਇੱਦਾਂ ਕਰਦੇ ਨੇ। ਭਾਈ ਆਪਣਾ ਘਰ ਦਾ ਕਾਰਜ ਛੱਡ ਕੇ ਉੱਥੇ ਜਾਂਦੇ ਨੇ, ਮੋਰਚੇ ਵਿੱਚ ਹਾਜ਼ਰੀਆਂ ਲਵਾਉਂਦੇ ਨੇ। ਸੋ ਇਹੋ ਬੇਨਤੀ ਆ ਕਿ ਸਾਡੇ ਇਹ ਜਿਹੜੇ ਕਥਾ ਕੀਰਤਨ ਕਰਾਏ ਤਾਂ ਹੀ ਸਫਲੇ ਨੇ ਕਿ ਇਹਨਾਂ ਦੇ ਕਹਿਆਂ ਦੇ ਉੱਤੇ ਅਸੀਂ ਚੱਲ ਸਕੀਏ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਵਾਰ ਫੇਰ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਪਾਸ ਹਾਜ਼ਰੀ ਲਵਾਈਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਸਾਧ ਸੰਗਤ ਨੇ ਮੁਆਫ ਕਰਨਾ, ਅਗਾਂਹ ਤੋਂ ਸਮੱਤ ਬਖਸ਼ਣੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।